ਬਾਜਵਾ ਸਾਹਿਬ ਨੂੰ ਹਾਈ ਕੋਰਟ ਨੇ ਪੁੱਛਿਆ, ਕਹਿੰਦੇ ਵਿਧਾਨ ਸਭਾ ਦਾ ਲਾਈਵ ਟੈਲੀਕਾਸਟ ਕੌਣ ਕਰਦਾ ਜੀ? ਪ੍ਰਵੀਨ ਜੀ, ਵਿਰੋਧੀ ਧਿਰ ਦੇ ਲੀਡਰ ਨੇ ਹੂੰ। ਪ੍ਰਤਾਪ ਬਾਜਵਾ ਹੋਰੀ, ਆਪਾਂ ਪਹਿਲਾਂ ਵੀ ਇੱਕ ਦਿਨ ਇਹ ਗੱਲ ਕਰਕੇ ਹਟੇ ਹਾਂ ਕਿ ਹਾਂਜੀ। ਉਹਨਾਂ ਨੂੰ ਇਸ ਗੱਲ ਦੀ ਫਿਕਰ ਹੈ ਕਿ ਪੰਜਾਬ ਵਿਧਾਨ ਸਭਾ ਦਾ ਜਦੋਂ ਸੈਸ਼ਨ ਚੱਲਦਾ ਤਦ ਅਸੀਂ ਨਜ਼ਰ ਨਹੀਂ ਆਉਂਦੇ, ਸਾਨੂੰ ਦੂਰੋਂ ਦਿਖਾਉਂਦੇ ਆ, ਸਾਡੀ ਤਸਵੀਰ ਨਹੀਂ ਦਿਖਦੀ, ਸਾਨੂੰ ਜ਼ੂਮ ਕਰਕੇ ਨਹੀਂ ਦਿਖਾਉਂਦੇ, ਸਾਡਾ ਕਲੋਜ਼ ਅਪ ਨਹੀਂ ਦਿਖਾਉਂਦੇ ਹੈ, ਤੇ ਸਾਡੀ ਗੱਲ ਨਹੀਂ ਪੂਰੀ ਤਰ੍ਹਾਂ ਸਹੀ ਸੁਣਾਉਂਦੇ। ਜਦੋਂ ਕਹਿੰਦੇ ਸਰਕਾਰ ਵਾਲਾ ਧਿਰ ਬੋਲਦੀ ਆ, ਚਾਹੇ ਉਹਨਾਂ ਦਾ ਐਮਐਲਏ ਬੋਲੇ, ਚਾਹੇ ਮੰਤਰੀ ਬੋਲੇ, ਚਾਹੇ ਮੁੱਖ ਮੰਤਰੀ ਸਾਹਿਬ ਬੋਲੇ, ਤਦ ਕੈਮਰਾ ਜ਼ੂਮ ਵੀ ਹੁੰਦਾ ਤੇ ਫੋਕਸ ਵੀ ਹੁੰਦਾ। ਸਾਡੀ ਟਾਈਮ ਨੂੰ ਫੋਕਸ ਵੀ ਹਿੱਲ ਜਾਂਦਾ ਤੇ ਜ਼ੂਮ ਵੀ ਖਤਮ ਹੋ ਜਾਂਦਾ, ਨੇੜੇ ਤੋਂ ਦਿਖਾਉਂਦੇ ਹੀ ਨਹੀਂ, ਦੂਰ ਜਦੋਂ ਸੀਨ ਜਦ ਦਿਖਾਉਂਦੇ ਆ ਪਤਾ ਹੀ ਨਾ ਲੱਗੇ ਕੌਣ ਬੋਲਦਾ ਕੀ ਕਹਿੰਦਾ। ਤੇ ਕਹਿੰਦੇ ਆਵਾਜ਼ ਦਾ ਵੀ ਲੈਵਲ। ਸੋ ਇਹ ਮਸਲਿਆਂ ਨੂੰ ਲੈ ਕੇ ਉਹਨਾਂ ਨੇ ਇੱਕ ਪਟੀਸ਼ਨ ਪਾਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਤੇ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਵਾਲ ਕੀਤਾ ਕਿ ਜੀ ਕੋਈ ਇਸ ਮਸਲੇ ਤੇ ਕਾਨੂੰਨ ਬਣਿਆ ਕਿ ਕਿੰਨਾ ਫੋਕਸ ਹੋਊਗਾ, ਕਿੰਨਾ ਨੇੜੇ ਤੋਂ ਦਿਖਾਉਣਾ, ਕਿੰਨਾ ਦੂਰ ਤੋਂ ਦਿਖਾਉਣਾ, ਸਿੱਧਾ ਪ੍ਰਸਾਰਨ ਹੋ ਸਕਦਾ ਕਿ ਨਹੀਂ ਹੋ ਸਕਦਾ, ਜੇ ਹੋ ਸਕਦਾ ਤਾਂ ਕਿਹਨੇ ਕਰਨਾ ਹੈ, ਕੀ ਹੈ ਇਹਦੀ ਨਿਯਮਾਵਲੀ, ਉਹ ਸਾਰੀ ਦੱਸੋ। ਤੇ ਇਸ ਮਸਲੇ ਦੇ ਜਦੋਂ ਪ੍ਰਤਾਪ ਸਿੰਘ ਬਾਜਵਾ ਕੋਲ ਕੋਈ ਜਵਾਬ ਨਹੀਂ ਸੀ, ਤਦ ਕਹਿੰਦੇ ਜੀ ਹਫ਼ਤੇ ਦਾ ਸਮਾਂ ਦਿੱਤਾ ਉਹਨਾਂ ਨੂੰ ਕਿ ਭਾਈ ਹਫ਼ਤੇ ਦੇ ਅੰਦਰ ਅੰਦਰ ਤੁਸੀਂ ਆਰਟੀਆਈ ਪਾ ਕੇ ਸਾਰੀ ਜਾਣਕਾਰੀ ਲੈ ਕੇ ਆਓ ਕਿ ਕਿਹਨੂੰ ਅਧਿਕਾਰ ਹੈ ਲਾਈਵ ਕਰਨ ਦਾ, ਜਾਂ ਲਾਈਵ ਕੌਣ ਕਰ ਰਿਹਾ। ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ, ਕੀ ਕੋਈ ਸਰਕਾਰੀ ਵਿੰਗ ਕਰ ਰਿਹਾ ਹੈ, ਕੋਈ ਸਰਕਾਰੀ ਏਜੰਸੀ ਲਾਈਵ ਦਿਖਾ ਰਹੀ ਹੈ, ਲਾਈਵ ਪ੍ਰਸਾਰਨ ਦਾ, ਲਾਈਵ ਟੈਲੀਕਾਸਟ ਦਾ ਸਿਸਟਮ ਕਿਵੇਂ ਚੱਲ ਰਿਹਾ, ਇਹਦੀ ਜਾਣਕਾਰੀ ਲੈ ਕੇ ਆਓ। ਜੇਕਰ ਨਹੀਂ ਸਿੱਧੀ ਕੋਈ ਦੇ ਰਿਹਾ ਤਾਂ ਆਰਟੀਏ ਰਾਹੀਂ ਲੈ ਲਓ, ਤੁਹਾਨੂੰ ਹਫ਼ਤੇ ਦਾ ਟਾਈਮ ਦਿੱਤਾ। ਸੋ ਇਸ ਲਈ ਇਹ ਪ੍ਰਤਾਪ ਬਾਜਵੇ ਦੇ ਲਈ ਹੁਣ ਚੁਣੌਤੀ ਵੀ ਹੋਏਗਾ, ਔਰ ਇਹਦੇ ਨਾਲ ਕਈ ਪੱਖ ਉਜਾਗਰ ਵੀ ਹੋ ਸਕਦੇ ਨੇ। ਹੁਣ ਫੇਰ ਨਾ ਮੈਨੂੰ ਕਿਉਂਕਿ ਇੱਥੇ ਵੀ ਕੋਈ ਕੰਪਨੀ ਵਾਲਾ ਮਾਮਲਾ ਨਿਕਲਿਆ ਹੋਵੇ ਤਾਂ ਹੈਰਾਨ ਨਾ ਹੋਇਓ। ਸੋ ਇਸ ਲਈ ਇਹ ਕੌਣ ਚਲਾ ਰਿਹਾ, ਇਹ ਸਵਾਲ ਦਾ ਜਵਾਬ ਹੋ ਸਕਦਾ ਆਉਂਦੇ ਇੱਕ ਹਫ਼ਤੇ ਚ ਮਿਲ ਜਾਵੇ ਕਿ ਇਹ ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਪ੍ਰਵੀਨ ਜੀ ਕਿ ਚੰਗੀ ਗੱਲ ਹੈ ਪੰਜਾਬ ਵਿਧਾਨ ਸਭਾ ਦੇ ਨੁਮਾਇੰਦੇ ਜੇਕਰ ਰੈਲੀਆਂ ਚ ਬਾਹਰ ਝੂਠ ਸੱਚ ਜਿੰਨਾ ਬੋਲਦੇ ਨੇ, ਉਹ ਲਾਈਵ ਚੱਲਦੇ ਨੇ, ਤਾਂ ਜਿਹੜੇ ਕੰਮ ਲਈ ਚੁਣੇ ਨੇ ਉਹ ਲਾਈਵ ਲੋਕਾਂ ਨੂੰ ਦਿਖਣਾ ਚਾਹੀਦਾ। ਜੀ ਇਹ ਚੰਗਾ ਉਪਰਾਲਾ ਹੈ, ਮਾਨ ਸਰਕਾਰ ਦੀ ਚੰਗੀ ਪਹਿਲ ਕਦਮੀ ਹੈ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਲਾਈਵ ਕੀਤੀ। ਜੀ ਪਰ ਪੰਜਾਬ ਵਿਧਾਨ ਸਭਾ ਚ ਜਿੰਨੇ ਬੈਠੇ ਨੇ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਨੇ, ਉਹ ਪੰਜਾਬ ਦੇ ਕਿਸੇ ਨਾ ਕਿਸੇ ਹਲਕੇ ਤੋਂ ਚੁਣ ਕੇ ਆਏ ਹੋਏ ਐਮਐਲਏ ਨੇ। ਸਵਾਲ ਉੱਥੇ ਪਾਰਟੀ ਦਾ ਸੱਤਾਧਾਰੀ ਧਿਰ ਦਾ ਨਹੀਂ ਆ, ਉੱਥੇ ਸਾਰੇ ਮੈਂਬਰ ਨੇ। ਉਸ ਨਾਤੇ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਹੈ। ਜੀ ਮੁੱਖ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ, ਜਿਹੜਾ ਮੰਤਰੀਆਂ ਦਾ ਉਹ ਮੰਤਰੀਆਂ ਦਾ। ਉਸ ਹਿਸਾਬ ਨਾਲ ਉਹਨਾਂ ਦੀ ਸੀਟਿੰਗ, ਉਹਨਾਂ ਦੀ ਮੁਰਲੀ ਕਤਾਰ, ਉਹਨਾਂ ਦੇ ਅਹੁਦੇ ਉਹ ਸਾਰੇ ਬਰਕਰਾਰ ਨੇ। ਪਰ ਜਦੋਂ ਬਤੌਰ ਮੈਂਬਰ ਕਿਸੇ ਨੇ ਗੱਲ ਰੱਖਣੀ ਹੈ ਤਾਂ ਹਰੇਕ ਨੂੰ ਗੱਲ ਰੱਖਣ ਦਾ ਉਨਾ ਹੀ ਅਧਿਕਾਰ ਹੈ ਅੰਦਰ। ਸੋ ਉਸ ਨਾਤੇ ਸਾਰਿਆਂ ਨੂੰ ਸਹੀ ਰੂਪ ਚ ਸਰਕਾਰ ਦਾ ਦਿਖਾਉਣਾ ਹੀ ਕੰਮ ਹੈ। ਤੇ ਵਿਰੋਧੀ ਧਿਰਾਂ ਨੂੰ ਵੀ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਤੁਹਾਡੀ ਗੱਲ ਵੱਡੀ ਹੋਣੀ ਚਾਹੀਦੀ ਹੈ, ਚਿਹਰਾ ਨਹੀਂ। ਜੀ ਬਿਲਕੁਲ। ਜੇਕਰ ਤੁਹਾਡੀ ਗੱਲ ਚ ਵਜਨ ਹੈ ਤਾਂ ਤੁਸੀਂ ਕਿਸੇ ਕੈਮਰੇ ਤੇ ਨਾ ਆਏ ਹੋਵੋ, ਸਵੇਰ ਨੂੰ ਲੋਕਾਂ ਨੇ ਆਪੇ ਚੱਕ ਲੈਣੀ ਹੈ ਤੁਹਾਡੀ ਗੱਲ। ਤੇ ਇਸ ਲਈ ਪਰ ਇੱਥੇ ਫੋਟੋ ਫਰੇਮ ਚ ਰਹਿਣ ਲਈ, ਕੈਮਰੇ ਚ ਫੋਕਸ ਰਹਿਣ ਲਈ, ਜਾਂ ਆਪਣੇ ਆਪ ਦੇ ਉੱਤੇ ਜ਼ੂਮ ਦਿਖਾਉਣ ਦੇ ਲਈ ਇਹ ਮਤਲਬ ਕਿ ਮੁੱਦਾ ਕੋਰਟ ਤੱਕ ਪਹੁੰਚਿਆ। ਤੇ ਕੋਰਟ ਨੇ ਹੁਣ ਜਿਹੜੇ ਸਵਾਲ ਕੀਤੇ ਨੇ, ਜੇ ਪ੍ਰਤਾਪ ਬਾਜਵਾ ਉਹਨਾਂ ਦੇ ਸਹੀ ਜਵਾਬ ਲੱਭ ਲਿਆਏ ਤਾਂ ਹੋ ਸਕਦਾ ਸਵਾਲ ਸਰਕਾਰ ਵਾਲੇ ਪਾਸੇ ਚਲਾ ਜਾਵੇ ਜਾਂ ਸਰਕਾਰ ਨਵੇਂ ਸਵਾਲਾਂ ਦੇ ਘੇਰੇ ਚ ਆ ਜਾਵੇ। ਇਹ ਵੀ ਪਹਿਲੂ ਹੈਗਾ। ਦੇਖੋ ਸ਼ਰਮਾ ਜੀ, ਕੰਮ ਤਾਂ ਕੰਪਨੀਆਂ ਨਹੀਂ ਕਰਨੀਆਂ, ਪਰ ਕੀ ਉਹ ਕੰਮ ਸਿਆਸੀ ਰਸੂਖ ਦੇ ਨਾਲ ਹੋ ਰਹੇ ਨੇ, ਸਿਆਸੀ ਧੌਂਸ ਦਿਖਾ ਕੇ ਲਏ ਜਾ ਰਹੇ ਨੇ, ਹੜੱਪੇ ਜਾ ਰਹੇ ਨੇ? ਇਹ ਇੱਕ ਵੱਡਾ ਸਵਾਲ ਹੈ। ਬੱਸਾਂ ਦੇ ਪਰਮਿਟ ਮਿਲਦੇ ਆ, ਹੁਣ ਹਰ ਇੱਕ ਬੰਦੇ ਨੂੰ ਇਹ ਰਾਈਟ ਹੈ ਵੀ ਬੱਸ ਦਾ ਪਰਮਿਟ ਲੈ ਸਕਦਾ ਹੈ, ਪਰ ਇੱਕ ਬੰਦਾ ਬੱਸ ਦਾ ਪਰਮਿਟ ਲੈ ਕੇ ਤੇ ਉਦੋਂ ਬਾਅਦ ਜਿਹੜੀ ਉਹਦੇ ਆਲੇ ਦੁਆਲੇ ਰੋਡਵੇਜ਼ ਚੱਲਦੀ ਹੈ ਉਹਦੇ ਟਾਈਮ 'ਚੋਂ ਫੇਰ ਬਦਲ ਕਰ ਰਿਹਾ, ਤੇ ਨਾਲੋਂ ਨਾਲ ਜਿਹੜੀ ਸਿਆਸਤ ਹੈ, ਜਿਹੜੀ ਸੱਤਾ ਹੈ, ਉਹਦੇ ਧੌਂਸ ਦੇ ਨਾਲ ਵੀ ਚਲਾ ਰਿਹਾ। ਫਰਕ ਨਹੀਂ ਗਾ, ਇੱਕ ਆਮ ਮਾਤੜ ਬੰਦਾ ਚਲਾ ਰਿਹਾ। ਕੰਮ ਕੰਪਨੀਆਂ ਨਹੀਂ ਕਰਨੇ, ਵਿਧਾਨ ਸਭਾ ਦਾ ਟੈਲੀਕਾਸਟ ਕੰਪਨੀ ਨਹੀਂ ਕਰਨਾ, ਪਰ ਇੱਕ ਕੰਪਨੀ ਕਹਿ ਰਹੀ ਹੈ ਅਸੀਂ 200 ਕਰੋੜ ਚ ਕਰਾਂਗੇ, ਦੂਜੀ ਕੰਪਨੀ ਕਹਿ ਰਹੀ ਹੈ ਕਰਾਂਗੇ ਵੀ 600 ਕਰੋੜ ਚ ਕਰਾਂਗੇ ਵੀ ਅਸੀਂ। ਡੰਡੇ ਦੇ ਜ਼ੋਰ ਨਾਲ ਕਰਾਂਗੇ। ਹਾਂ, ਡੰਡੇ ਦੇ ਜ਼ੋਰ ਨਾਲ ਕਰਾਂਗੇ। ਇਹੀ ਤਾਂ ਰਫੜ ਪਿਆ ਨਾ। ਹੁਣ ਜਾ ਕੇ ਠੇਕੇਦਾਰ ਤੇਲੂ ਰਾਮ ਨੂੰ ਪੁੱਛੇ ਕੋਈ, ਬਈ ਹੁਣ ਦੱਸ ਟੈਂਡਰ ਕਿਵੇਂ ਆ, ਇੱਕ ਨੂੰ 70% ਦੀ ਵੱਧ ਰਕਮ ਤੇ ਮਿਲ ਗਏ, ਦੂਜੇ ਨੂੰ ਜਾਇਜ਼ ਰਕਮ ਤੇ ਵੀ ਨਹੀਂ ਮਿਲੇ। ਇਹੀ ਮਸਲਾ ਜੀ।